सलाम अलैकुम वीरो। मैं गल करन लगा सो विचों राबता खराब हो गया। गल इंज ए कि कल मैनू एक कॉल आई रात नूं जिन्हें मैनू रुआ ही दिता। कॉल आई एक टुटी भज्जी उर्दू च और रहीम यार खान के किसी इलाके च कॉल आई। बच्चा बोल रहा सी, बच्चे जी आवाज़ सी, नौजवान सी पर मतलब अंदाज़ा हुंदा सी कि ज़्यादा यंगस्टर है, आवाज़ तो अंदाज़ा हुंदा सी। बहरहाल वो मैं ਉਹਨੂੰ ਪੁੱਛਿਆ, ਹਾਂ ਪੁੱਤਰ ਦੱਸ ਕੀ ਮਸਲਾ ਹੈ। ਉਹ ਉਰਦੂ 'ਚ ਪੁੱਛਣ ਲੱਗ ਪਿਆ ਕਿ ਅੰਕਲ ਇਹ ਜਿਹੜਾ ਹੈ ਇੱਕ ਪੰਜਾਬੀ ਕਲਚਰ ਕਿਆ ਹੋਤਾ ਹੈ। ਮੈਂ ਉਹਨੂੰ ਕੁਛ ਚੀਜ਼ਾਂ ਦੱਸੀਆਂ। ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਹੋਇਆ ਕਿ ਬੱਚਾ ਹੈ ਤੇ ਕਾਲ ਕੀਤੀ ਇਹਨੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਪੁੱਤਰ ਕਿੱਥੋਂ ਕਾਲ ਕੀਤੀ। ਉਹਨੇ ਮੈਨੂੰ ਦੱਸਿਆ। ਮੈਂ ਕਿਹਾ ਯਾਰ ਤੈਨੂੰ मतलब ये इस चीज़ का कितों पता लगा। उन्होंने कहा अंकल मैं थोड़ियां आपकी वीडियोज़ देखता हूँ। मैं फिर उन्हें उर्दू च जवाब दिता तो मैं कहा पुत्र जे मेरियां वीडियोज़ वेखना है तो मैं तो पंजाबी च गल करना, तू मेरे नाल उर्दू च गल क्यों करना पिया। ते मैं कहा खुल के बोल ते पंजाबी बोल। ते वो मुंडा थोड़ा जिहा ना हौसले च होया बच्चा, उन्हें फिर खुल के गल कीती। उन्हें दस्सिया भी अंकल मैं इंज पुछना चाहना, मैं तुहाडियां वीडियो वेखदा रहना, मैनूं दस्सो भी पंजाबी कल्चर जिहड़ा है इहदे च किहड़ियां-किहड़ियां चीज़ां आंदियां ने ते पग हुंदी है ते होर की हुंदा है। मैं उहनूं चीज़ां गिनाईयां खैर। ते मैनूं एक ज़हन च आई, मैं कहा इहनूं मैं थोड़ा जिहा पुछां भी कौन है, कित्थों है। ते मैं कहा पुत्तर की काम करदे हो ते पढ़दे हो? कहंदा नहीं अंकल। ते मैं कहा अच्छा। ते मैं कहा वालिद साहब की काम करदे ने? उन्होंने कहा जी ज़िमींदारा करदे ने। मैं एवें ही बाय द वे ही सानूं एक भैड़ी आदत हुंदी ते ज़िमींदारां दे बालां नूं पुछण दी कि अच्छा फिर किन्नी वाही कीती जे करदे जे? आखण लगा 4 किੱਲਿਆਂ ਦੀ। ਜਦੋਂ ਉਹਨੇ ਇਹ ਗੱਲ ਕੀਤੀ ਨਾ ਤੇ ਮੈਂ ਥੋੜਾ ਜਿਹਾ ਨਾ ਠਿਠਕ ਗਿਆ। ਮੇਰੀਆਂ ਅੱਖਾਂ ਉਦੋਂ ਵੀ ਭਰ ਗਈਆਂ। ਮੈਨੂੰ ਪਤਾ ਰਹੀਮ ਯਾਰ ਖਾਨ ਵਾਲੀ ਸਾਈਡ ਤੇ ਕੋਈ ਜਦੀਦ ਵਾਹੀ ਨਹੀਂ ਹੁੰਦੀ ਔਰ ਜਿਹੜੇ ਲੋਕ ਜ਼ਿਮੀਂਦਾਰੇ ਨੂੰ ਜਾਣਦੇ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਸ ਵਾਹੀ ਦੇ ਵਿੱਚੋਂ 4 ਕਿੱਲਿਆਂ ਦੀ ਵਾਹੀ ਚੋਂ ਅਗਰ ਇਹ ਜਦੀਦ ਵਾਹੀ ਨਾ ਹੋਵੇ ਤੇ ਸਿਰਫ 2 ਟਾਈਮ ਦੀ ਰੋਟੀ ਪੂਰੀ ਹੁੰਦੀ ਹੈ ਤੇ ਉਹ ਵੀ ਇਸ ਕਰਕੇ ਪੂਰੀ ਹੋ ਜਾਂਦੀ ਹੈ ਕਿ ਵਾਹੀ ਆਪਣੀ ਹੁੰਦੀ। ਇਸ ਤੋਂ ਇਲਾਵਾ ਕੋਈ ਜ਼ਰੂਰਤ ਜਿਹੜੀ ਚੀਜ਼ ਹੈ ਉਹ ਪੂਰੀ ਨਹੀਂ ਹੁੰਦੀ। ਤੇ ਮੈਂ ਖੈਰ ਮੈਨੂੰ ਪੁੱਛਣ ਲੱਗਾ ਕਿ ਅੰਕਲ ਇਹ ਸਰਾਇਕੀ ਇੱਥੇ ਆਪਣਾ ਦਿਨ ਮਨਾਉਂਦੇ ਪਏ ਨੇ ਕਲਚਰ ਡੇ ਤੇ ਆਪਾਂ ਕਿਦੋਂ ਮਨਾਵਾਂਗੇ। ਇਹ ਜਿਹੜੇ ਹੁਣ ਇਹ ਸਾਜ਼ਸ਼ੀ ਸਰਾਇਕੀ ਇਹ ਪੰਜਾਬੀ ਵਿਗੜੇ ਤੇ ਫਿੱਟੇ ਖੂਨ ਵਾਲੇ, ਪਹਿਲੇ ਤਾਂ ਮੈਂ ਇਹਨਾਂ ਨੂੰ ਪੁੱਛਾਂ ਕਿ ਵੰਡ ਪਾ ਕੇ ਤੁਸੀਂ ਕੀ ਲੱਭ ਰਹੇ ਜੀ। ਇਸ ਅਸਾਸੇ ਮਹਿਰੂਮੀ ਦਾ ਜ਼ਿੰਮੇਦਾਰ ਕੌਣ ਹੈ? ਪਿਛਲੇ 100 ਸਾਲਾਂ 'ਚ ਇਸ ਨਾਂ ਦਾ ਵਜੂਦ ਨਹੀਂ ਸੀ। ਇਸ ਨਾਂ ਦੀ ਕੋਈ ਕਲਚਰ ਦਿਹਾੜ ਨਹੀਂ ਸੀ ਮੌਜੂਦ। ਕੋਈ ਆ ਨੀਲੀ ਅਜਰਕ ਫਰਾਡੀਆਂ ਦੀ ਮੌਜੂਦ ਨਹੀਂ ਸੀ ਇਹਨਾਂ ਦੀ। ਇਹ ਸਾਰੇ ਜਿੰਨੇ ਮੇਰੇ ਬੇਲੀ ਵੀ ਨੇ ਵਿੱਚ ਸਰਾਇਕੀ ਤੇ ਸਾਰੇ ਅਗਲੇ ਪਿਛਲੇ ਇਹ ਸਾਰੇ ਮੈਨੂੰ ਦੱਸਣ ਇਸ ਉਹ ਗਰੀਬ ਬੱਚੇ ਦੀ ਅਸਾਸੇ ਮਹਿਰੂਮੀ ਦਾ ਜ਼ਿੰਮੇਦਾਰ ਕੌਣ? ਉਹਦਾ ਕਸੂਰ ਇਹ ਵੇ ਉਹਦੇ ਬਜ਼ੁਰਗਾਂ ਦਾ ਕਿ ਉਹ ਐਸ ਪਾਕਿਸਤਾਨ ਦੇ ਪਿੱਛੇ ਲੱਗ ਕੇ ਉਹ ਆਪਣਾ ਘਰ-ਬਾਰ ਛੱਡ ਕੇ ਇੱਥੇ ਆ ਗਏ ਕਿ ਇਹ ਵੀ ਪੰਜਾਬ ਹੀ। ਹੁਣ ਤੁਸੀਂ ਉਹਨਾਂ ਨੂੰ ਦੱਸ ਰਹੇ ਜੇ ਕਿ ਤੁਸੀਂ ਬਗਾਨੇ ਜੇ ਤੇ ਸਾਡਾ ਕੰਮ ਕੁਛ ਹੋਰ ਹੈ, ਅਸੀਂ ਕੋਈ ਹੋਰ ਹਾਂ, ਤੁਸੀਂ ਕੋਈ ਹੋਰ ਜੇ। ਇਹ ਵੰਡ ਪੈਂਦੀ ਪਈ ਇਹ ਪਾਕਿਸਤਾਨ ਨੂੰ ਸਾੜ ਕੇ ਫੂਕ ਕੇ ਸਵਾਹ ਕਰ ਦੇਈ। ਉਸ ਬੱਚੇ ਦਾ ਅਹਿਸਾਸੇ ਮਹਿਰੂਮੀ ਇੱਥੇ ਇਹ ਜਿਆਲੇ ਮਤਵਾਲੇ ਔਰ ਯੂਥੀਏ ਈਡੀਅਟ ਯੂਥ
लगी चेयरमैन सैनेट कौन बनेगा, इन्ने करोड़ लग गए, इन्ने करोड़ लग गए। उल्लू दे पट्ठिओ तुसी जरा सोचो तुहाडियां क्यादतां 72-73 साल च की कीता इस पाकिस्तान लई, इस पाकिस्तान दे इस पंजाब दे गरीब बच्चों लई की कीता। मैं उन्होंने पूछा, मैं क्या पुत्र पढ़दा क्यों नहीं? आखन लगा पढ़ाई छड़ दी। पढ़ाई क्यों नहीं सी छड़दी? 4 किल्लियां नाल प्यो रोटी पूरी करेगा कि पढ़ावेगा? उनको की बचना है? तुसी आप सोच के दसो कि 4 किल्लियां दी वाही नाल की होएगा? साडे बालां दे इत्थे वड्डे वड्डे खाब हुंदे ने, ਉਹ ਸਰਕਾਰੀ ਸਕੂਲ ਦੀ ਫੀਸ ਨਹੀਂ ਪੂਰੀ ਹੁੰਦੀ, ਸਰਕਾਰੀ ਸਕੂਲ ਕਾਲਜ ਦੀ ਫੀਸ ਨਹੀਂ ਪੂਰੀ ਹੁੰਦੀ, ਔਰ ਉਤੋਂ ਆ ਵੰਡ ਦੀਆਂ ਗੱਲਾਂ ਇਹਨਾਂ ਨੇ ਕੀ ਦਿੱਤਾ ਹੈ? ਔਰ ਜੇ ਮੈਂ ਗਲਤੀ ਤੇ ਨਹੀਂ ਆ ਤੇ ਇਸ ਇਲਾਕੇ ਚੋਂ ਵੋਟ ਲੈਣ ਵਾਲਾ ਵੀ ਮੈਂ ਤਾਂ ਅਮੀਦ ਗੁੱਜਰ ਦਾ ਇਹ ਹਲਕਾ ਹੋਣਾ, ਇਥੋਂ ਉਹ ਹੀ ਦਿੱਤੀ ਹੋਣੀ ਜਾਂ ਕੋਈ ਹੋਰ, ਇੱਥੇ ਅਕਸਰ ਪੰਜਾਬੀ ਐਮਐਨਏ ਜਿੱਤੇ। ਇਹ ਦੱਸਣ ਇਹ ਧਰਤੀ ਫਰੋਸ਼ ਬੇਜ਼ਮੀਰ ਕਿ ਇਹਨਾਂ ਬੱਚਿਆਂ ਵਾਸਤੇ ਕੀ ਦਿੱਤਾ ਸਵਾਏ ਅਹਿਸਾਸੇ ਮਹਿਰੂਮੀ ਦੇ। ਔਰ ਇਹ ਰਿਆਸਤ ਪੁੱਛੇ ਜਿਹੜੀ ਲੋਕਾਂ ਦੇ ਘਰ ਉਜਾੜ ਕੇ, ਪੰਜਾਬੀਆਂ ਦੇ ਘਰ ਉਜਾੜ ਕੇ ਉੱਥੋਂ ਪੱਟ ਕੇ ਇੱਥੇ ਲੈ ਆਈ ਸੀ, ਇਹਨੇ ਪੰਜਾਬੀਆਂ ਨੂੰ ਕੀ ਦਿੱਤਾ ਹੈ? ਆ 72 ਸਾਲਾਂ ਬਾਅਦ ਦੱਸ ਰਹੇ ਨੇ ਕਿ ਆਹ ਇਲਾਕੇ ਤੁਹਾਡੇ ਨੇ ਤੇ ਆਹ ਤੁਹਾਡੇ ਨਹੀਂ। ਇਹ ਤੁਹਾਡੀ ਵੰਡ ਏ? ਇਹ ਉੱਲੂ ਦੇ ਪੱਠੇ ਨਿਆਜ਼ੀ ਦੀ ਵੰਡ ਏ ਜਾਂ ਨਵਾਜ਼ ਸ਼ਰੀਫ ਦੀ ਜਾਂ ਜ਼ਰਦਾਰੀ ਦੀ ਵੰਡ ਏ? ਇਹ ਬਿਲਾਵਲ ਅਹਿਸਾਸੇ ਮਹਿਰੂਮੀ ਵੇਖ ਰਿਹਾ ਜਾਂ ਇਮਰਾਨ ਦੇ ਬੱਚੇ ਵੇਖ ਰਹੇ ਨੇ ਜਾਂ ਮਰੀਮ ਦੇ ਬੱਚੇ ਵੇਖ ਰਹੇ ਨੇ? ਇਹ ਅਹਿਸਾਸੇ ਮਹਿਰੂਮੀ ਗਰੀਬ ਵੇਖ ਰਿਹਾ ਹੈ। ਵੱਡੇ ਵੱਡੇ ਚੌਧਰੀ ਬਣੇ ਫਿਰਦੇ ਨੇ ਕਿ ਜੀ ਪੰਜਾਬੀਆਂ ਵਾਸਤੇ ਫਲਾਨਾ ਬੜਾ ਬੋਲਦਾ, ਫਲਾਨਾ ਬੜਾ ਬੋਲਦਾ। ਉਹ ਯਾਰ ਵੇਖੋ ਤਾਂ ਸਹੀ ਤੁਹਾਡੇ ਹਲਕਿਆਂ 'ਚ ਇੱਕ ਮਾਸੂਮ ਬੱਚਾ ਕੀ ਸੋਚ ਰਿਹਾ ਹੈ, ਕੀ ਪੁੱਛ ਰਿਹਾ ਹੈ। ਉਹ ਵਿੱਚ ਬਗਾਨਾ ਹੋ ਕੇ ਖਲੋਤਾ ਹੈ ਵੀ ਇੱਥੇ ਸਾਡਾ ਦਿਨ ਕਿਦੋਂ ਆਣਾ ਹੈ। ਇਹ ਵੰਡ ਪਾ ਰਿਹਾ ਜੇ ਤੁਸੀਂ ਸਰੈਕੀਓ ਨਾਮ ਨਿਹਾਦ ਝੂਠੀ ਤਰੀਕ ਆ ਲਿਓ, ਔਰ ਆ ਰਿਆਸਤ ਵੰਡ ਪਾ ਰਹੀ, ਇਹਨੂੰ ਸਪੋਰਟ ਕਰਕੇ ਥਾਂ ਥਾਂ ਤੇ ਪ੍ਰੋਪੇਗੰਡਾ, ਹਰ ਥਾਂ ਤੇ ਸਰਕਾਰੀ ਤੌਰ ਤੇ ਲਿਖਿਆ ਜਾ ਰਿਹਾ ਹੈ ਝੂਠੀ ਜ਼ੁਬਾਨ ਦਾ, ਜਿਹਨੂੰ ਤਾਰੀਖ ਨਹੀਂ ਮੰਨਦੀ, ਇਹਨੂੰ ਵੱਖਰੀ ਜ਼ੁਬਾਨ ਕਰਕੇ ਆ ਵੰਡ ਪਾਈ ਜਾ ਰਹੀ। ਬਹਰਹਾਲ ਇਹ ਗੱਲ ਮੈਂ ਸੁਣਾਣੀ ਸੀ ਤੁਹਾਨੂੰ। ਤੇ ਪੰਜਾਬ ਨੈਸ਼ਨਲ ਮੂਵਮੈਂਟ ਦਾ ਅਸੀਂ ਪਾਰਟੀ ਕਨਵੈਨਸ਼ਨ ਬੁਲਾ ਰਹੇ ਹਾਂ 17 ਅਪ੍ਰੈਲ ਨੂੰ। ਜਿਹੜੇ ਨਵੇਂ ਮੁੰਡੇ ਅਸੀਂ ਬਣਾਏ ਨੇ, ਮੁੰਡੀਰ ਜਵਾਨ ਆਪਣੇ ਰਾਖੇ ਬਣਾਏ ਨੇ, ਕੋਆਰਡੀਨੇਟਰ ਬਣਾਏ ਨੇ, ਉਹਨਾਂ ਸਾਰਿਆਂ ਨੂੰ ਸੱਦਾ ਬਕਾਇਦਾ WhatsApp ਦੇ ਜ਼ਰੀਏ ਵੀ ਇੰਡੀਵਿਜੂਅਲੀ ਭੇਜ ਦਿੱਤਾ ਜਾਏਗਾ। ਬਾਕੀ ਹੋਰ ਵੀ ਜਿਹੜਾ ਪੰਜਾਬ ਨੈਸ਼ਨਲ ਮੂਵਮੈਂਟ ਨਾਲ ਕੋਈ ਜੁੜਨਾ ਚਾਹੁੰਦਾ ਹੈ, ਇੱਥੇ ਸਵਾਲ ਸਿਰਫ ਜ਼ਬਾਨ ਦਾ ਨਹੀਂ, ਇੱਥੇ ਸਵਾਲ ਸਿਰਫ ਵੰਡ ਦਾ ਨਹੀਂ, ਇੱਥੇ ਸਵਾਲ ਗਰੀਬ ਪੰਜਾਬੀ ਦੀ ਭੁੱਖ ਦਾ ਹੈ, ਇਹ ਉਹਦੇ ਹੱਕ ਦਾ ਹੈ। ਇੱਥੇ ਰਹੀਮ ਯਾਰ ਖਾਨ 'ਚ, ਇਸੇ ਰਹੀਮ ਯਾਰ ਖਾਨ 'ਚ ਨੌਕਰੀਆਂ ਅਨਾਉਂਸ ਹੋਈਆਂ ਨੇ 3 ਜ਼ਿਲ੍ਹਿਆਂ 'ਚ, ਡੀਜੀ ਖਾਨ, ਰਹੀਮ ਯਾਰ ਖਾਨ ਤੇ ਇੱਕ ਹੋਰ ਜ਼ਿਲ੍ਹੇ ਦੀਆਂ, ਤੇ 100 ਨੌਕਰੀਆਂ ਦੇ ਵਿੱਚੋਂ 50 ਦੇ ਉੱਤੇ ਪਸ਼ਤੂਨ ਲਿਖਿਆ ਹੈ ਔਰ 50 ਦੇ ਉੱਤੇ ਸਰਾਇਕੀ ਲਿਖਿਆ ਹੈ। ਮੈਨੂੰ ਤੁਸੀਂ ਦੱਸੋ ਰਹੀਮ ਯਾਰ ਖਾਨ 50%, 40-50% 47 ਦੇ ਮਾਜਰਾਂ ਦਾ ਜਿਹੜੇ ਆਏ ਸਨ ਛੱਡ ਕੇ ਆਪਣੇ ਘਰ-ਬਾਰ ਉਹ ਬੈਠੇ ਨੇ, ਉਹਨਾਂ ਵਾਸਤੇ ਨਹੀਂ ਇਹ ਨੌਕਰੀਆਂ। ਇਹ ਉਸਮਾਨ ਬੁਜ਼ਦਾਰ ਕਾਬਲੇ ਨਫ਼ਰਤ ਇਨਸਾਨ, ਇਹ ਜਿਹੜੇ ਉੱਥੇ ਬੈਠੇ ਨੇ ਇਹ ਇਨਸਾਨ ਨਹੀਂ ਨੇ, ਇਹਨਾਂ ਦਾ ਕੋਈ ਹੱਕ ਨਹੀਂ। ਇਹ 4-4 ਕਿੱਲਿਆਂ ਦੀ ਵਾਹੀ ਕਰਦੇ ਖੁਆਰ ਹੁੰਦੇ, ਬੱਚਿਆਂ ਨੂੰ ਪੜ੍ਹਾਉਣ ਨਹੀਂ ਜੋਗੇ। ਇਹ ਤੁਹਾਨੂੰ ਇਮਰਾਨ ਖਾਨ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਇਸ਼ਤਿਹਾਰਾਂ ਤੇ, ਸਰਕਾਰੀ ਇਸ਼ਤਿਹਾਰਾਂ ਤੇ ਤੇਰੀ ਜਮਾਤ ਲਿਖਦੀ ਪਈ ਹੈ ਕਿ ਇਹ ਨੌਕਰੀ ਪਸ਼ਤੂਨ ਨੂੰ ਦੇਣੀ ਹੈ ਤੇ ਇਹ ਸਰਾਇਕੀ ਨੂੰ ਦੇਣੀ। ਸਰਾਇਕੀ ਕੌਣ ਹੈ? ਇਹ ਫਿੱਟੇ ਨਖੂਨ ਵਾਲਾ ਪੰਜਾਬੀ ਸਰਾਇਕੀ ਹੈ। ਤੇ 47 ਦੇ ਮਾਜਰ ਜਿਹੜੇ ਇਸ ਮੁਲਕ ਵਾਸਤੇ ਆਪਣਾ ਅੱਧਾ ਖਾਨਦਾਨ ਵਡਾ ਕੇ ਇੱਥੇ ਆਏ, ਉਹਨਾਂ ਨੂੰ ਤੁਸੀਂ ਕੀ ਦੇ ਰਹੇ ਜੀ? ਆ ਸਾਸੇ ਮਹਿਰੂਮੀ ਦੇ ਰਹੇ ਜੀ। 17 ਨੂੰ ਯਾਦ ਰੱਖਿਆ, 17 ਅਪ੍ਰੈਲ ਅਸੀਂ ਪਾਰਟੀ ਕਨਵੈਨਸ਼ਨ ਲਾਹੌਰ 'ਚ ਮਨਾਵਾਂਗੇ। ਸਾਰੇ ਵੀਰ ਜਿੰਨੇ ਕੋਆਰਡੀਨੇਟਰ ਬਣੇ ਨੇ ਉਹ ਤਿਆਰੀ ਰੱਖਣ।
17 ਅਪ੍ਰੈਲ ਨੂੰ ਤੁਸੀਂ ਲਾਹੌਰ ਆਉਣਾ। ਲਾਹੌਰ ਦੇ ਵਿੱਚ ਪਾਰਟੀ ਕਨਵੈਨਸ਼ਨ ਹੋਏਗਾ। ਸੁਬਾਹ 10 ਵਜੇ ਤੁਸੀਂ ਲਾਹੌਰ ਪਹੁੰਚ ਜਾਓਗੇ। ਸੁਬਾਹ 10 ਤੋਂ ਲੈ ਕੇ 2-2:30 ਵਜੇ ਤੱਕ ਅਸੀਂ ਆਪਣਾ ਪਾਰਟੀ ਕਨਵੈਨਸ਼ਨ ਕਰਾਂਗੇ। ਉਸ ਤੋਂ ਬਾਅਦ ਅਸੀਂ ਇੱਥੇ ਵਿਸਾਖੀ ਮੇਲਾ ਮਨਾਵਾਂਗੇ। ਵਿਸਾਖੀ ਮੇਲੇ ਦੇ ਨਾਲ ਅਸੀਂ ਆਪਣਾ ਕਲਚਰਲ ਦਿਹਾੜ ਮਨਾਵਾਂਗੇ, ਜਿਹੜਾ ਹਜ਼ਾਰਾਂ ਸਾਲ ਤੋਂ ਮੌਜੂਦ ਹੈ, ਮੰਨਿਆ ਪਰਮੰਨਿਆ ਔਰ ਹੈ ਸਿਰਫ ਪੰਜਾਬੀਆਂ ਦਾ। ਇਹ ਪਹਿਲੇ ਵੀ ਇਹੀ ਫੈਸਲਾ ਹੋਣਾ ਚਾਹੀਦਾ ਸੀ ਤੇ ਹੁਣ ਅਗਰ ਦੇਰ ਹੋਈ ਹੈ ਤੇ ਹੁਣ ਅਸੀਂ ਐਲਾਨ ਕਰਨੇ ਆ ਕਿ ਅਸੀਂ ਆਪਣਾ ਕਲਚਰਲ ਡੇ ਹਰ ਸਾਲ ਵਿਸਾਖੀ ਦੇ ਵਿੱਚ, ਵਿਸਾਖ ਦੇ ਵਿੱਚ ਹੀ ਮਨਾਵਾਂਗੇ। ਯਕਮ ਵਿਸਾਖ ਗਾਲਮਨ ਬਣ ਰਹੀ 14-15 ਨੂੰ, ਤੇ 14-15 ਨੂੰ ਹੀ ਸ਼ਾਇਦ ਰੋਜ਼ੇ ਵੀ ਸ਼ੁਰੂ ਹੋ ਰਹੇ ਨੇ, ਲੇਕਿਨ ਉਹ ਵਰਕਿੰਗ ਡੇ। ਲੋਕਾਂ ਬਾਹਰੋਂ ਆਉਣਾ, ਦੂਜੇ ਸ਼ਹਿਰਾਂ ਤੋਂ ਆਉਣਾ। ਤੁਸੀਂ ਤੁਹਾਡੇ ਖਿਆਲ ਕਰਕੇ ਅਸੀਂ ਇਹ 17 ਤਰੀਕ ਰੱਖੀਏ। 17 ਨੂੰ ਇਤਵਾਰ ਬਣਦਾ, ਇਤਵਾਰ ਵਾਲੇ ਦਿਨ ਤੁਸੀਂ ਇੱਥੇ ਆਉਣਾ। ਉਦੋਂ ਪਾਰਟੀ ਕਨਵੈਨਸ਼ਨ 'ਚ ਅਸੀਂ ਅਹੁਦਿਆਂ ਦਾ ਵੀ ਐਲਾਨ ਕਰਾਂਗੇ, ਤੁਹਾਨੂੰ ਜ਼ਿੰਮੇਦਾਰੀਆਂ ਦੇਵਾਂਗੇ। ਅਸੀਂ ਲੜਨਾ ਨਵਾਜ਼ ਲੀਗ ਨਾਲ, ਅਸੀਂ ਲੜਨਾ ਪੀਪਲਸ ਪਾਰਟੀ ਨਾਲ, ਅਸੀਂ ਲੜਨਾ PTI ਨਾਲ। ਸਾਡਾ ਇਹਨਾਂ ਪੇਟ ਪ੍ਰਸਤ ਤਨਜ਼ੀਮਾਂ ਨਾਲ ਤੇ NGO ਮਾਫੀਆ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੇ ਵੀਰ ਜਿਹੜੇ ਸਾਡੇ ਨਾਲ ਨੇ, ਉਹ ਸਾਡੇ ਨਾਲ ਨੇ। ਉਹ ਸਾਰੇ ਜਾਣਦੇ ਨੇ ਸਾਡੇ ਨਾਲ ਕੌਣ ਹੈ, ਸਾਡੇ ਖਿਲਾਫ ਕੌਣ ਹੈ। ਖਿਲਾਫ ਵਾਲਿਆਂ ਦੇ ਨਾਂ ਲੈਣ ਦੀ ਲੋੜ ਨਹੀਂ। ਅਵਲ ਆਖਰ ਪੰਜਾਬ, ਜੀਵਨ ਪੰਜਾਬੀ ਲਾਲ।